ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ CDP ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਵਨ ਲਾਈਨਰ ਡਿਸਕਸ ਕਰਾਂਗੇ, ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ CDP ਵਨ ਲਾਈਨਰ ਦੀਆਂ ਕਈ ਕਲਾਸਿਸ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਇੰਪੋਰਟੈਂਟ ਵਨ ਲਾਈਨਰ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਿਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ GK ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ CDP ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਵਨ ਲਾਈਨਰ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਵਨ ਲਾਈਨਰ ਤੁਹਾਨੂੰ ਕੁਐਸਚਨ ਦੀ ਫਾਰਮ ਦੇ ਵਿੱਚ ਪੇਪਰ ਦੇ ਵਿੱਚ ਡਾਇਰੈਕਟ ਦੇਖਣ ਨੂੰ ਮਿਲ ਸਕਦਾ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਜਿੰਨੇ ਵੀ ਤੁਹਾਡੇ ਫੈਕਟ ਰਹਿ ਗਏ ਸੀ ਉਹ ਆਪਾਂ ਸਾਰੇ ਕਵਰ ਕਰਾਂਗੇ, ਅਤੇ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਵਿਦਵਾਨ ਨੇ, ਇੰਪੋਰਟੈਂਟ ਫਿਲੋਸੋਫਰ ਨੇ, ਜਿਨ੍ਹਾਂ ਬਾਰੇ ਤੁਹਾਨੂੰ ਵਾਰ-ਵਾਰ PSTET ਦੇ ਵਿੱਚ ਪੁੱਛਿਆ ਜਾਂਦਾ, ਉਹਨਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸਭ ਤੋਂ ਪਹਿਲਾ ਜਿਹੜਾ ਵਿਦਵਾਨ ਹੈ ਉਹ ਹੈ ਜੀਨ ਪਿਆਜ਼ੇ। ਜੀਨ ਪਿਆਜ਼ੇ ਬਾਰੇ ਬਹੁਤ ਕੁਐਸਚਨ ਆਉਂਦੇ ਨੇ। ਠੀਕ ਹੈ ਜੀ, ਜੇਕਰ CDP ਦੇ ਵਿੱਚ ਪੁੱਛਿਆ ਜਾਂਦਾ ਹੈ, ਜੀਨ ਪਿਆਜ਼ੇ ਬਾਰੇ ਵਾਰ-ਵਾਰ ਪੁੱਛਿਆ ਜਾਂਦਾ ਹੈ। ਅਤੇ ਜੀਨ ਪਿਆਜ਼ੇ ਬਾਰੇ ਅੱਜ ਤੋਂ ਹੀ ਨਹੀਂ, ਇਹ ਕਈ ਸਾਲਾਂ ਤੋਂ ਹੀ ਪੁੱਛਿਆ ਜਾ ਰਿਹਾ। ਜਦੋਂ ਤੋਂ PSTET ਪੇਪਰ ਹੋ ਰਿਹਾ ਤਾਂ ਜੀਨ ਪਿਆਜ਼ੇ ਬਾਰੇ ਬਹੁਤ ਪੁੱਛਿਆ ਜਾ ਰਿਹਾ। ਠੀਕ ਹੈ ਜੀ, ਤਾਂ ਜੀਨ ਪਿਆਜ਼ੇ ਬਾਰੇ ਤੁਹਾਨੂੰ ਇੱਕ ਇੱਕ ਫੈਕਟ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਜੀਨ ਪਿਆਜ਼ੇ ਦਾ ਟਾਈਮ ਪੀਰੀਅਡ ਕਿੰਨਾ, 1896 ਤੋਂ 1980। ਠੀਕ ਹੈ ਜੀ, ਤਾਂ 1896 ਤੋਂ 1980 ਇਹਦਾ ਟਾਈਮ ਪੀਰੀਅਡ ਹੈ, ਅਤੇ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਸੀ ਜੀਨ ਪਿਆਜ਼ੇ। ਠੀਕ ਹੈ ਜੀ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਕੋਗਨੀਟਿਵ ਡਿਵੈਲਪਮੈਂਟ, ਜਿਹਦੇ ਬਾਰੇ ਤੁਹਾਨੂੰ ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ ਨੇ ਕਿ ਕੋਗਨੀਟਿਵ ਡਿਵੈਲਪਮੈਂਟ ਦਾ ਸੰਬੰਧ ਕਿਹਦੇ ਨਾਲ ਹੈ, ਤਾਂ ਉਹ ਹੈ ਜੀਨ ਪਿਆਜ਼ੇ ਦੇ ਨਾਲ। ਕੋਗਨੀਟਿਵ ਡਿਵੈਲਪਮੈਂਟ ਦਾ ਕੀ ਮਤਲਬ ਹੈ? ਬੌਧਿਕ ਵਿਕਾਸ। ਠੀਕ ਹੈ ਜੀ, ਤਾਂ ਇਹ ਬੰਦੇ ਨੇ ਦਿਮਾਗ ਦੀ ਗੱਲ ਬਹੁਤ ਕੀਤੀ ਹੈ, ਬੁੱਧੀ ਦੀ ਗੱਲ ਬਹੁਤ ਕੀਤੀ ਹੈ। ਇਹ ਕਹਿੰਦਾ ਵੀ ਆਪਣਾ ਜਿਹੜਾ ਸਾਰਾ ਆਪਣੀ ਡਿਵੈਲਪਮੈਂਟ ਹੁੰਦੀ ਹੈ ਉਹ ਆਪਣੀ ਬੁੱਧੀ ਨਾਲ ਰਿਲੇਟਡ ਹੈ, ਆਪਣੇ ਦਿਮਾਗ ਨਾਲ ਰਿਲੇਟਡ ਹੈ। ਠੀਕ ਹੈ ਜੀ, ਤਾਂ ਉਹ ਜੀਨ ਪਿਆਜ਼ੇ ਨੇ ਇਹਦੀ ਗੱਲ ਕੀਤੀ। ਇੰਟਲੈਕਚੁਅਲ ਡਿਵੈਲਪਮੈਂਟ ਦੀ ਵੀ ਇਹਨੇ ਗੱਲ ਕੀਤੀ। ਇੰਟਲੈਕਚੁਅਲ ਡਿਵੈਲਪਮੈਂਟ ਵੀ ਬੌਧਿਕ ਵਿਕਾਸ ਦੇ ਅੰਡਰ ਹੀ ਆ ਜਾਂਦੀ ਹੈ। ਠੀਕ ਹੈ ਜੀ, ਤਾਂ ਇਹਦੀ ਵੀ ਇਹਨੇ ਗੱਲ ਕੀਤੀ। ਕੋਗਨੀਟਿਵ ਕੰਸਟਰਕਟਿਵਿਜ਼ਮ। ਠੀਕ ਹੈ ਜੀ, ਤਾਂ ਕੋਗਨੀਟਿਵ ਕੰਸਟਰਕਟਿਵਿਜ਼ਮ ਦੀ ਵੀ ਇਹਨੇ ਗੱਲ ਕੀਤੀ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਇਹਦੇ ਬਾਰੇ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਜਿੱਥੋਂ ਜਿੱਥੋਂ ਡਾਇਰੈਕਟ ਕੁਐਸਚਨ ਪਹਿਲਾਂ ਆਏ ਹੋਏ ਨੇ ਉਹ ਸਾਰੇ ਫੈਕਟ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਠੀਕ ਹੈ ਜੀ, ਤਾਂ ਜੈਨੇਟਿਕ ਐਪੀਸਟੈਮੋਲੋਜੀ ਬਾਰੇ ਵਾਰ-ਵਾਰ ਪੁੱਛਿਆ ਜਾਂਦਾ। ਇੱਕ ਤਾਂ ਇਹਦੀ ਬੁੱਕ ਪੁੱਛਿਆ ਜਾਂਦਾ ਕਿ ਇਹ ਬੁੱਕ ਕਿਹਨੇ ਲਿਖੀ ਹੈ, ਤਾਂ ਇਹ ਜੀਨ ਪਿਆਜ਼ੇ ਨੇ ਲਿਖੀ ਹੈ। ਅਤੇ ਕਈ ਵਾਰੀ ਤੁਹਾਨੂੰ ਬੁੱਕ ਨਾ ਪੁੱਛ ਕੇ ਇਹ ਪੁੱਛਿਆ ਜਾਂਦਾ ਕਿ ਜੈਨੇਟਿਕ ਐਪੀਸਟੈਮੋਲੋਜੀ ਦੀ ਗੱਲ ਕਿਹਨੇ ਕੀਤੀ ਹੈ, ਉਹ ਕੀਤੀ ਹੈ ਜੀਨ ਪਿਆਜ਼ੇ ਨੇ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਮੋਰਲ ਡਿਵੈਲਪਮੈਂਟ ਥਿਊਰੀ। ਇਹ ਕੋਹਲ ਵਰਗ ਦੀ ਤਾਂ ਹੈਗੀ ਹੈ। ਠੀਕ ਹੈ ਜੀ, ਮੋਰਲ ਡਿਵੈਲਪਮੈਂਟ, ਨੈਤਿਕ ਵਿਕਾਸ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਤਾਂ ਇਹ ਜੀਨ ਪਿਆਜ਼ੇ ਨੇ ਵੀ ਇਹਦੀ ਗੱਲ ਕੀਤੀ ਹੈ, ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਮੋਰਲ ਡਿਵੈਲਪਮੈਂਟ ਦੀ। ਇੱਕ ਮੈਂ ਇਹ ਇੰਗਲਿਸ਼ ਦੇ ਵਿੱਚ ਸਾਰਾ ਲੈ ਕੇ ਆਇਆ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਮੈਂ ਤਾਂ ਲੈ ਕੇ ਆਇਆ ਕਿਉਂਕਿ ਪੰਜਾਬੀ ਦੇ ਵਿੱਚ ਜਿਹੜੇ ਇਹਦੇ ਵਰਡ ਨੇ CDP ਦੇ ਉਹ ਟਫ ਨੇ। ਠੀਕ ਹੈ ਜੀ, ਬੱਚੇ ਉਹਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ, ਤਾਂ ਕਰਕੇ ਮੈਂ ਇਹ ਸਾਰਾ ਜਿਹੜਾ ਸੈਸ਼ਨ ਹੈ ਉਹ ਇੰਗਲਿਸ਼ ਦੇ ਵਿੱਚ ਲੈ ਕੇ ਆਇਆ। ਠੀਕ ਹੈ, ਇਹ ਤੁਹਾਡੇ ਲਈ ਬਹੁਤ ਈਜ਼ੀ ਰਹੂਗਾ, ਤੁਹਾਡੀ ਈਜ਼ੀਲੀ ਇਹ ਯਾਦ ਹੋ ਜਾਊਗਾ। ਅਤੇ ਇਹ ਸਾਰੇ ਪੁਆਇੰਟ ਜਿੰਨੇ ਵੀ ਮੈਂ ਜੀਨ ਪਿਆਜ਼ੇ ਲਈ ਮਤਲਬ ਜੀਨ ਪਿਆਜ਼ੇ ਵਿੱਚੋਂ ਤੁਹਾਨੂੰ ਆਉਣਗੇ ਉਹ ਮੈਂ ਸਾਰੇ ਤੁਹਾਡੇ ਕਵਰ ਕਰਵਾ ਦਿੱਤੇ ਨੇ। ਠੀਕ ਹੈ ਜੀ, ਜੈਨੇਟਿਕ ਐਪੀਸਟੈਮੋਲੋਜੀ, ਮੋਰਲ ਡਿਵੈਲਪਮੈਂਟ। ਇੱਕ ਇਹਨੇ ਮੋਰਲ ਜੱਜਮੈਂਟ ਦੀ ਵੀ ਗੱਲ ਕੀਤੀ ਹੈ 1932 ਦੇ ਵਿੱਚ। ਠੀਕ ਹੈ ਜੀ, 1932 'ਚ ਇਹ ਗੱਲ ਕੀਤੀ ਹੈ, ਮੋਰਲ ਜੱਜਮੈਂਟ ਆਫ ਏ ਚਾਈਲਡ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਜੀਨ ਪਿਆਜ਼ੇ ਬਾਰੇ। ਤਾਂ ਜਿੰਨੇ ਵੀ ਕੁਐਸਚਨ ਤੁਹਾਡੇ ਬਣਦੇ ਆ ਬਸ ਇਹ ਪੁਆਇੰਟਾਂ ਦੇ ਵਿੱਚੋਂ ਬਣਦੇ ਆ, ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਵਿਦਵਾਨ ਹੈ ਉਹ ਹੈ ਵਾਈਗੋਸਕੀ। ਲੈਵ ਵਾਈਗੋਸਕੀ ਇਹਨੂੰ ਕਿਹਾ ਜਾਂਦਾ ਹੈ, ਅਤੇ ਇਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ 1896 ਤੋਂ 1934, ਅਤੇ ਰਸ਼ੀਆ ਦਾ ਰਹਿਣ ਵਾਲਾ ਵਿਦਵਾਨ ਹੈ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ ਜਿਹੜਾ ਵਾਈਗੋਸਕੀ ਹੈ। ਤਾਂ ਜੀਨ ਪਿਆਜ਼ੇ ਦਾ ਜਦੋਂ ਤੁਹਾਡੇ ਕੋਲ ਇੱਕ ਕਨਸੈਪਟ ਆਉਂਦਾ ਹੈ ਤਾਂ ਜੀਨ ਪਿਆਜ਼ੇ ਨੇ ਗੱਲ ਕਾਹਦੀ ਕੀਤੀ ਹੈ? ਮਾਈਂਡ ਦੀ। ਠੀਕ ਹੈ ਜੀ, ਮਾਈਂਡ ਦੀ ਗੱਲ ਕੀਤੀ ਹੈ, ਕੋਗਨੀਟਿਵ ਦੀ ਗੱਲ ਕੀਤੀ ਹੈ, ਬੌਧਿਕ ਵਿਕਾਸ ਦੀ। ਉਹ ਕਹਿੰਦਾ ਵੀ ਜਿੰਨਾ ਵੀ ਕੁਛ ਬੱਚਾ ਸਿੱਖਦਾ ਹੈ, ਉਹਦੀ ਡਿਵੈਲਪਮੈਂਟ ਹੁੰਦੀ ਹੈ, ਉਹਦਾ ਸਾਰਾ ਜਿਹੜਾ ਮੇਨ ਚੀਜ਼ ਹੈ ਉਹ ਮਾਈਂਡ ਹੈ, ਉਹਦੀ ਬੁੱਧੀ ਹੈ। ਠੀਕ ਹੈ ਜੀ, ਤਾਂ ਇਹ ਜੀਨ ਪਿਆਜ਼ੇ ਨੇ ਗੱਲ ਕੀਤੀ ਹੈ। ਜੀਨ ਪਿਆਜ਼ੇ ਨੇ ਇੱਕ ਹੋਰ ਵੀ ਇਹਨੇ ਪੁਆਇੰਟ ਦੱਸਿਆ ਸੀ, ਇਹਨੇ ਇੱਕ ਹੋਰ ਟਰਮ ਲਾਂਚ ਕੀਤੀ ਸੀ, ਉਹਦਾ ਨਾਂ ਸੀ ਸਕੈਮਾ। ਠੀਕ ਹੈ ਜੀ, ਸਕੈਮਾ ਬਾਰੇ ਬਹੁਤ ਪੁੱਛਿਆ ਜਾਂਦਾ ਕਿ ਸਕੈਮਾ ਦੀ ਗੱਲ ਦੱਸੋ ਕਿਹਨੇ ਕੀਤੀ ਹੈ, ਤਾਂ ਸਕੈਮਾ ਦੀ ਗੱਲ ਕਿਹਨੇ ਕੀਤੀ ਹੈ? ਜੀਨ ਪਿਆਜ਼ੇ ਨੇ ਕੀਤੀ ਹੈ, ਤੁਸੀਂ ਯਾਦ ਰੱਖਣਾ। ਕਿਉਂਕਿ ਸਕੈਮਾ ਜਿਹੜਾ ਇਹ ਮਾਈਂਡ ਨਾਲ ਰਿਲੇਟਡ ਹੈ। ਸਕੈਮਾ ਕੀ ਹੁੰਦਾ ਹੈ?
ਪੈਕੇਟ ਆਫ ਇਨਫੋਰਮੇਸ਼ਨ। ਠੀਕ ਹੈ ਜੀ, ਜਦੋਂ ਆਪਾਂ ਕਿਤੇ ਜਾਂਦੇ ਹਾਂ ਤਾਂ ਜੋ ਵੀ ਆਪਾਂ ਉੱਥੇ ਦੇਖਦੇ ਹਾਂ, ਜੋ ਵੀ ਆਪਾਂ ਉੱਥੋਂ ਸਿੱਖਦੇ ਹਾਂ, ਉਹਦਾ ਇੱਕ ਫੋਲਡਰ ਆਪਣੇ ਮਾਈਂਡ ਦੇ ਵਿੱਚ ਫੀਡ ਹੋ ਜਾਂਦਾ, ਤਾਂ ਉਹਨੂੰ ਸਕੈਮਾ ਕਿਹਾ ਜਾਂਦਾ। ਉਹਨੂੰ ਵੈਸੇ ਆਪਾਂ ਆਮ ਭਾਸ਼ਾ ਦੇ ਵਿੱਚ, ਠੀਕ ਹੈ ਜੀ, ਜੇ ਆਪਾਂ ਵੈਸੇ ਉਹਨੂੰ ਕਹੀਏ ਤਾਂ ਆਪਾਂ ਉਹਨੂੰ ਫੋਲਡਰ ਕਹਿ ਸਕਦੇ ਹਾਂ, ਕਿ ਫੋਲਡਰ ਬਣ ਜਾਂਦੇ ਆਪਣੇ ਮਾਈਂਡ ਦੇ ਵਿੱਚ ਅਲੱਗ-ਅਲੱਗ ਜਾਣਕਾਰੀ ਦੇ। ਬਟ ਜੀਨ ਪਿਆਗੇ ਨੇ ਉਹਨੂੰ ਸਕੈਮਾ ਕਿਹਾ, ਅਤੇ ਇਹਨੇ ਉਹਨੂੰ ਪੈਕੇਟ ਦੀ ਫੋਰਮ ਕਿਹਾ, ਕਿ ਪੈਕੇਟ ਦੀ ਫੋਰਮ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਆਪਣੇ ਦਿਮਾਗ ਦੇ ਵਿੱਚ ਫੀਡ ਹੁੰਦੀ ਹੈ। ਠੀਕ ਹੈ ਜੀ, ਤਾਂ ਇਹ ਜੀਨ ਪਿਆਗੇ ਦਾ ਕਹਿਣਾ ਸੀ। ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜਾ ਜੀਨ ਪਿਆਗੇ ਇਹ ਦਿਮਾਗ ਨਾਲ ਰਿਲੇਟਡ ਗੱਲਾਂ ਜ਼ਿਆਦਾ ਕਰਦਾ ਸੀ। ਇਹ ਕਹਿੰਦਾ ਵੀ ਜੇ ਆਪਣਾ ਦਿਮਾਗ 'ਤੇ ਆਪਾਂ ਜ਼ੋਰ ਦੇਵਾਂਗੇ, ਆਪਣੀ ਬੁੱਧੀ ਆਪਣੀ ਤੇਜ਼ ਹੋਊ ਤਾਂ ਆਪਣੀ ਡਿਵੈਲਪਮੈਂਟ ਹੋਊ, ਤਾਂ ਕਰਕੇ ਇਹਨੇ ਕੋਗਨੇਟਿਵ ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਦੂਸਰੇ ਪਾਸੇ ਆਪਾਂ ਗੱਲ ਕਰਾਂਗੇ ਵਾਈਗੋਸਕੀ ਦੀ। ਤਾਂ ਵਾਈਗੋਸਕੀ ਨੇ ਜਿਹੜੀ ਗੱਲ ਕੀਤੀ ਹੈ ਉਹ ਕੀਤੀ ਹੈ ਸੋਸ਼ੀਓ ਕਲਚਰ ਥਿਊਰੀ। ਤਾਂ ਜਿੱਥੇ ਸ਼ਬਦ ਆ ਗਿਆ ਸਮਾਜ, ਸਮਾਜ ਅਤੇ ਸੱਭਿਆਚਾਰ। ਠੀਕ ਹੈ ਜੀ, ਤਾਂ ਸਮਾਜ ਅਤੇ ਸੱਭਿਆਚਾਰ ਦਾ ਜਿੱਥੇ ਵੀ ਸ਼ਬਦ ਆ ਗਿਆ ਤਾਂ ਉੱਥੇ ਤੁਸੀਂ ਕੀ ਟਿਕ ਲਾਉਣਾ, ਵਾਈਗੋਸਕੀ ਲਾਉਣਾ। ਠੀਕ ਹੈ ਜੀ, ਕਿਉਂਕਿ ਵਾਈਗੋਸਕੀ ਨੇ ਇਹਨਾਂ ਦੀ ਗੱਲ ਕੀਤੀ ਹੈ ਸਮਾਜ ਦੀ ਅਤੇ ਸੱਭਿਆਚਾਰ ਦੀ। ਵਾਈਗੋਸਕੀ ਰਸ਼ੀਆ ਦਾ ਰਹਿਣ ਵਾਲਾ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਵਾਈਗੋਸਕੀ ਜੀਨ ਪਿਆਗੇ ਦੇ ਬਿਲਕੁਲ ਉਲਟ ਚੱਲਦਾ ਹੈ। ਠੀਕ ਹੈ ਜੀ, ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਓਪੋਜ਼ਿਟ ਵਿਦਵਾਨ ਕਿਹੜਾ ਤਾਂ ਉਹ ਵਾਈਗੋਸਕੀ ਹੈ। ਜੀਨ ਪਿਆਗੇ ਦੇ ਓਪੋਜ਼ਿਟ ਚੱਲਦਾ ਸੀ ਇਹ, ਕਿਉਂਕਿ ਜੀਨ ਪਿਆਗੇ ਗੱਲ ਕਰਦਾ ਸੀ ਦਿਮਾਗ ਦੀ, ਕਿ ਦਿਮਾਗ ਆਪਣੀ ਬੁੱਧੀ ਹੋਣੀ ਚਾਹੀਦੀ ਹੈ ਤਾਂ ਆਪਣੀ ਡਿਵੈਲਪਮੈਂਟ ਹੋਊ। ਬਟ ਵਾਈਗੋਸਕੀ ਕਹਿੰਦਾ ਕਿ ਜਦੋਂ ਆਪਾਂ ਸਮਾਜ ਦੇ ਵਿੱਚ ਹੀ ਰਹਿੰਦੇ ਹਾਂ ਤਾਂ ਆਪਣੀ ਆਟੋਮੈਟਿਕ ਆਪਣੀ ਬੁੱਧੀ ਮਤਲਬ ਆਪਣੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਸਮਾਜ ਦਾ ਅਨੁਕਰਨ ਕਰਦੇ ਹਾਂ, ਸਮਾਜ ਤੋਂ ਆਪਾਂ ਸਿੱਖਦੇ ਹਾਂ। ਕਲਚਰ ਆਪਣਾ ਸੱਭਿਆਚਾਰ ਆਪਾਂ ਨੂੰ ਬਹੁਤ ਕੁਛ ਸਿਖਾਉਂਦਾ। ਤਾਂ ਇਹ ਵਾਈਗੋਸਕੀ ਨੇ ਗੱਲ ਕੀਤੀ ਸੀ ਸਮਾਜ ਅਤੇ ਸੱਭਿਆਚਾਰ ਦੀ। ਤਾਂ ਜਿੱਥੇ ਦੋਨੋਂ ਸ਼ਬਦ ਮਿਲਣ ਤਾਂ ਉੱਥੇ ਆਨਸਰ ਕੀ ਆਊਗਾ, ਵਾਈਗੋਸਕੀ। ਠੀਕ ਹੈ ਜੀ, ਦੂਸਰਾ ਤੁਹਾਨੂੰ ਪੁੱਛਿਆ ਜਾਂਦਾ ਇੱਕ ਟਰਮ ਆਉਂਦੀ ਆ ਮਾਈਂਡ ਇਨ ਸੁਸਾਇਟੀ, ਤਾਂ ਇਹਦੀ ਗੱਲ ਵੀ ਵਾਈਗੋਸਕੀ ਨੇ ਕੀਤੀ ਹੈ, ਕਿਉਂਕਿ ਸੁਸਾਇਟੀ ਆ ਗਿਆ, ਸੁਸਾਇਟੀ ਮਤਲਬ ਸਮਾਜ, ਤਾਂ ਸਮਾਜ ਕਿਹਦੇ ਨਾਲ ਰਿਲੇਟਡ ਹੈ, ਵਾਈਗੋਸਕੀ ਦੇ ਨਾਲ, ਕਿਉਂਕਿ ਸਮਾਜ ਦੀ ਗੱਲ ਜ਼ਿਆਦਾ ਸਮਾਜ ਦੇ ਉੱਤੇ ਜ਼ੋਰ ਕੌਣ ਦਿੰਦਾ ਸੀ, ਵਾਈਗੋਸਕੀ ਦਿੰਦਾ ਸੀ। ਤੀਸਰਾ ਜਿਹੜਾ ਪੁਆਇੰਟ ਹੈ ਸੋਸ਼ਲ ਕੰਸਟਰਕਟਿਵਿਜ਼ਮ ਦੀ ਗੱਲ ਕਿਹਨੇ ਕੀਤੀ ਹੈ, ਵਾਈਗੋਸਕੀ ਨੇ ਕੀਤੀ ਹੈ। ਠੀਕ ਹੈ ਜੀ, ਜਿਵੇਂ ਕਿ ਸਕੈਫੋਲਡਿੰਗ ਹੋ ਗਿਆ, ਸਕੈਫੋਲਡਿੰਗ ਦੀ ਗੱਲ ਵੀ ਕਿਹਨੇ ਕੀਤੀ ਹੈ, ਵਾਈਗੋਸਕੀ ਨੇ ਸਕੈਫੋਲਡਿੰਗ ਦਾ ਯੂਜ਼ ਕੀਤਾ ਹੈ। ਸਕੈਫੋਲਡਿੰਗ ਦਾ ਮਤਲਬ ਵੀ ਇਹਦੇ ਵਿੱਚ ਹੀ ਆ ਗਿਆ, ਸਮਾਜ ਦੀ ਕੰਸੈਪਟ ਨਾਲ ਹੀ ਆ ਗਿਆ। ਠੀਕ ਹੈ ਜੀ, ਸਕੈਫੋਲਡਿੰਗ ਕੀ ਹੁੰਦੀ ਹੈ, ਸਕੈਫੋਲਡਿੰਗ ਹੁੰਦੀ ਹੈ ਟੈਂਪਰੇਰੀ ਸਹਾਇਤਾ ਜਿਹੜੀ ਆਪਾਂ ਕਰਦੇ ਹਾਂ, ਟੈਂਪਰੇਰੀ ਹੈਲਪ। ਤਾਂ ਇਹਦੀ ਗੱਲ ਵੀ ਵਾਈਗੋਸਕੀ ਨੇ ਕੀਤੀ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਸਮਾਜ, ਜਿੱਥੇ ਸਮਾਜ ਸੱਭਿਆਚਾਰ ਸ਼ਬਦ ਆਊਗਾ ਉੱਥੇ ਵਾਈਗੋਸਕੀ ਆਊਗਾ। ਜਿੱਥੇ ਗੱਲ ਆਊਗੀ ਕੋਗਨੇਟਿਵ ਦੀ, ਦਿਮਾਗ ਦੀ, ਕਿ ਦਿਮਾਗ ਨਾਲ ਆਪਣੀ ਬੁੱਧੀ ਨਾਲ ਆਪਾਂ ਸਿੱਖਣਾ, ਉੱਥੇ ਆਊਗਾ ਜੀਨ ਪਿਆਗੇ। ਇਹ ਦੋਨੋਂ ਵਿਦਵਾਨ ਤੁਸੀਂ ਯਾਦ ਰੱਖਣੇ ਆ। ਤੀਸਰਾ ਜਿਹੜਾ ਆਪਣਾ ਵਿਦਵਾਨ ਹੈ ਉਹ ਹੈ ਜੇਮਸ ਬਰੂਨਰ। ਠੀਕ ਹੈ ਜੀ, ਬਰੂਨਰ ਬਾਰੇ ਬਹੁਤ ਪੁੱਛਿਆ ਜਾਂਦਾ। ਬਰੂਨਰ ਬਾਰੇ ਕੁਐਸਚਨ ਜਿਹੜੇ ਪਿਛਲੇ 2-3 ਸਾਲਾਂ ਤੋਂ ਬਹੁਤ ਕੁਐਸਚਨ ਪੁੱਛੇ ਜਾ ਰਹੇ ਨੇ। USA ਦਾ ਰਹਿਣ ਵਾਲਾ ਸੀ ਇਹ। 1915 ਤੋਂ 2016 ਤੱਕ ਇਹਦਾ ਟਾਈਮ ਪੀਰੀਅਡ ਆ। ਰੀਸੈਂਟਲੀ ਇਹਦੀ ਡੈਥ ਹੋਈ ਹੈ 2016 ਦੇ ਵਿੱਚ। 1915 ਤੋਂ ਲੈ ਕੇ 2016 ਤੱਕ ਇਹਦਾ ਟਾਈਮ ਪੀਰੀਅਡ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਸਭ ਤੋਂ ਪਹਿਲਾਂ ਇਹਨੇ ਡਿਸਕਵਰੀ ਲਰਨਿੰਗ ਦੀ ਗੱਲ ਕੀਤੀ। ਡਿਸਕਵਰੀ ਮਤਲਬ ਖੋਜ ਕਰਕੇ ਸਿੱਖਣਾ, ਇਹਦੀ ਗੱਲ ਕਿਹਨੇ ਕੀਤੀ, ਬਰੂਨਰ ਨੇ। ਐਜੂਕੇਸ਼ਨ ਫੀਲਡ ਦੀ ਗੱਲ ਕੀਤੀ ਇਹਨੇ। ਕੋਗਨੇਟਿਵ ਲਰਨਿੰਗ ਦੀ ਗੱਲ ਕੀਤੀ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ, ਇੱਥੇ ਕਨਫਿਊਜ਼ ਨਾ ਹੋ ਜਾਓ। ਇੱਥੇ ਕੋਗਨੇਟਿਵ ਲਰਨਿੰਗ ਕਹਿ ਰਿਹਾ, ਇਹ ਕੋਗਨੇਟਿਵ ਡਿਵੈਲਪਮੈਂਟ ਨਹੀਂ। ਜੇ ਕੋਗਨੇਟਿਵ ਡਿਵੈਲਪਮੈਂਟ ਆਊ ਤਾਂ ਜੀਨ ਪਿਆਗੇ ਆਊਗਾ। ਜੇਮਸ ਬਰੂਨਰ ਨੇ ਕੋਗਨੇਟਿਵ ਲਰਨਿੰਗ ਦੀ ਗੱਲ ਕੀਤੀ ਹੈ। ਠੀਕ ਹੈ ਜੀ, ਕਿ ਆਪਾਂ ਬੁੱਧੀ ਰਾਹੀਂ ਆਪਾਂ ਸਿੱਖਣਾ। ਠੀਕ ਹੈ, ਲਰਨ ਕਰਨਾ ਆਪਾਂ, ਤਾਂ ਇਹ ਜੇਮਸ ਬਰੂਨਰ ਨੇ ਗੱਲ ਕੀਤੀ ਸੀ। ਇਹਨੇ ਕਿਹਨੂੰ ਕ੍ਰਿਟੀਸਾਈਜ਼ ਕੀਤਾ ਸੀ, ਪਿਆਗੇ ਨੂੰ ਇਹਨੇ ਕ੍ਰਿਟੀਸਾਈਜ਼ ਕੀਤਾ। ਪਿਆਗੇ ਦੀ ਇਹਨੇ ਆਲੋਚਨਾ ਕੀਤੀ, ਕਿਉਂਕਿ ਜਿਹੜੇ ਇਹ ਵਿਦਵਾਨ ਹੁੰਦੇ ਨੇ ਇੱਕ ਦੂਸਰੇ ਦੀ ਆਲੋਚਨਾ ਕਰਦੇ ਹੀ ਰਹਿੰਦੇ ਨੇ। ਤਾਂ ਕ੍ਰਿਟੀਸਾਈਜ਼ ਕੀਤਾ ਪਿਆਗੇ ਨੇ। ਠੀਕ ਹੈ ਜੀ, ਪਿਆਗੇ ਨੂੰ ਇਹਨੇ ਕ੍ਰਿਟੀਸਾਈਜ਼ ਕੀਤਾ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਵਿਦਵਾਨ ਹੈ ਉਹ ਹੈ ਜੌਨ ਡੈਵੀ। ਜੌਨ ਡੈਵੀ ਬਾਰੇ ਵੀ ਬਹੁਤ ਕੁਐਸਚਨ ਅੱਜ ਕੱਲ੍ਹ ਆ ਰਹੇ ਨੇ। 1859 ਤੋਂ ਲੈ ਕੇ 1952 ਤੱਕ ਇਹਦਾ ਟਾਈਮ ਪੀਰੀਅਡ, ਅਤੇ USA ਦਾ ਹੀ ਇਹ ਰਹਿਣ ਵਾਲਾ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ। ਤਾਂ ਬਰੂਨਰ ਵੀ USA ਦਾ ਅਤੇ ਜੌਨ ਡੈਵੀ ਵੀ USA ਦਾ, ਅਮਰੀਕਾ ਦਾ ਰਹਿਣ ਵਾਲੇ ਇਹ ਦੋਨੋਂ। ਸਭ ਤੋਂ ਪਹਿਲਾਂ ਇਹਨੇ ਜਿਹੜੀ ਗੱਲ ਕੀਤੀ ਉਹ ਕੀਤੀ ਚਾਈਲਡ ਸੈਂਟਰਡ ਐਜੂਕੇਸ਼ਨ ਦੀ। ਇਹਦਾ ਕੀ ਮਤਲਬ ਹੈ ਕਿ ਜਿਹੜੀ ਆਪਣੀ ਐਜੂਕੇਸ਼ਨ ਹੈ, ਆਪਣੀ ਸਿੱਖਿਆ ਹੈ, ਉਹ ਚਾਈਲਡ ਸੈਂਟਰਡ ਹੋਣੀ ਚਾਹੀਦੀ। ਉਹਦੇ 'ਚ ਬੱਚਾ ਸਿੱਖਿਆ ਦਾ ਕੇਂਦਰ ਹੋਣਾ ਚਾਹੀਦਾ, ਟੀਚਰ ਨਹੀਂ ਹੋਣਾ ਚਾਹੀਦਾ। ਕਿਉਂਕਿ ਸਿੱਖਣਾ ਕਿਹਨੇ, ਬੱਚੇ ਨੇ ਸਿੱਖਣਾ। ਤਾਂ ਆਪਾਂ ਐਜੂਕੇਸ਼ਨ ਦਾ ਸੈਂਟਰ ਕਿਹਨੂੰ ਬਣਾਵਾਂਗੇ, ਬੱਚੇ ਨੂੰ ਬਣਾਵਾਂਗੇ। ਇਹ ਤੁਸੀਂ ਯਾਦ ਰੱਖਣਾ। ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਇਹਨੇ ਕੀਤੀ ਹੈ। ਇਹ ਕਹਿੰਦਾ ਵੀ ਐਜੂਕੇਸ਼ਨ ਜਿਹੜੀ ਉਹ ਪੈਸਿਵ ਜੀ ਨਹੀਂ ਹੋਣੀ ਚਾਹੀਦੀ, ਸੁਸਤ ਜੀ ਐਜੂਕੇਸ਼ਨ ਨਹੀਂ ਹੋਣੀ ਚਾਹੀਦੀ, ਪ੍ਰੋਗਰੈਸਿਵ ਹੋਣੀ ਚਾਹੀਦੀ ਹੈ, ਜਿਹਦੇ ਨਾਲ ਬੱਚੇ ਦਾ ਪ੍ਰੋਗਰੈਸ ਹੋਵੇ, ਅੱਗੇ ਉਹਦਾ ਵਿਕਾਸ ਹੋਵੇ, ਤਾਂ ਫਿਰ ਹੀ ਐਜੂਕੇਸ਼ਨ ਦਾ ਫਾਇਦਾ ਹੈ। ਤਾਂ ਇਹ ਗੱਲ ਕਿਹਨੇ ਕੀਤੀ ਹੈ, ਜੌਨ ਡੈਵੀ ਨੇ ਕੀਤੀ ਹੈ, ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਇੱਕ ਕਈ ਵਾਰੀ ਕੁਐਸਚਨ ਆਇਆ ਹੋਇਆ ਹਿਡਨ ਕਰੀਕੁਲਮ। ਠੀਕ ਹੈ ਜੀ, ਹਿਡਨ ਕਰੀਕੁਲਮ ਦੀ ਗੱਲ ਕਿਹਨੇ ਕੀਤੀ ਹੈ, ਜੌਨ ਡੈਵੀ ਨੇ ਕੀਤੀ ਹੈ। ਹਿਡਨ ਕਰੀਕੁਲਮ ਦਾ ਕੀ ਮਤਲਬ ਹੈ, ਕਰੀਕੁਲਮ ਆਪਣਾ ਹੁੰਦਾ ਜਿਹੜਾ ਆਪਣਾ ਵਿਸ਼ਾ, ਜਿਹੜਾ ਆਪਣਾ ਕਰੀਕੁਲਮ ਹੁੰਦਾ, ਯਾਨੀ ਕਿ ਬੁੱਕਸ ਦੇ ਵਿੱਚ ਆਪਣਾ
ਆਪਣਾ ਸਾਰਾ ਸਿਲੇਬਸ ਹੁੰਦਾ, ਆਪਣਾ ਸਾਰਾ ਵਿਸ਼ਾ ਵਸਤੂ ਹੁੰਦਾ, ਉਹਨੂੰ ਆਪਾਂ ਕਰੀਕੁਲਮ ਕਹਿੰਦੇ ਹਾਂ। ਤਾਂ ਹਿਡਨ ਕਰੀਕੁਲਮ ਕਈ ਵਾਰੀ ਤੁਹਾਨੂੰ ਟਰਮ ਇਹਦੇ ਬਾਰੇ ਪੁੱਛਿਆ ਜਾਂਦਾ, ਤਾਂ ਇਹਦੀ ਗੱਲ ਕਿਹਨੇ ਕੀਤੀ ਹੈ? ਜੌਨ ਡੈਵੀ ਨੇ। ਇਹ ਤੁਸੀਂ ਯਾਦ ਰੱਖਣਾ। ਐਜੂਕੇਸ਼ਨ ਐਜ਼ ਲਾਈਫ, ਠੀਕ ਹੈ ਜੀ। ਕਹਿੰਦੇ ਸਿੱਖਿਆ ਇੱਕ ਜ਼ਿੰਦਗੀ ਦੀ ਤਰ੍ਹਾਂ ਹੈ, ਠੀਕ ਹੈ ਜੀ। ਸਿੱਖਿਆ ਕੀ ਹੈ? ਜ਼ਿੰਦਗੀ ਦੀ ਤਰ੍ਹਾਂ। ਤਾਂ ਇਹ ਕਿਹਨੇ ਕਿਹਾ? ਇਹ ਵੀ ਜੌਨ ਡੈਵੀ ਨੇ ਕਿਹਾ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਤਾਂ ਜਿੰਨੇ ਵੀ ਵਿਦਵਾਨ ਇਹਨਾਂ ਬਾਰੇ ਜਿਹੜੇ ਇੰਪੋਰਟੈਂਟ ਫੈਕਟ ਨੇ ਉਹ ਆਪਾਂ ਸਾਰੇ ਤੁਹਾਨੂੰ ਕਵਰ ਕਰਵਾਏ ਨੇ, ਠੀਕ ਹੈ ਜੀ। ਇਸ ਤੋਂ ਪਹਿਲਾਂ ਜਿੰਨੀਆਂ ਵੀ ਆਪਣੀਆਂ ਕਲਾਸਿਸ ਅਪਲੋਡ ਹੋਈਆਂ ਨੇ ਤਾਂ ਉਹ ਤੁਸੀਂ ਜ਼ਰੂਰ ਅਟੈਂਡ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਇਸ ਤੋਂ ਪਹਿਲਾਂ ਇੱਕ ਆਪਣਾ ਸੈਸ਼ਨ ਅਪਲੋਡ ਹੋਇਆ ਸੀ ਪੇਪਰ ਦੇ ਕੈਂਸਲ ਹੋਣ ਤੋਂ ਪਹਿਲਾਂ, ਜਿਹੜੀ ਆਪਾਂ ਤੁਹਾਡੀ CDP ਦੀ ਇੱਕ ਸੀਰੀਜ਼ ਲਾਂਚ ਕੀਤੀ ਹੈ, ਉਹ ਵੀ ਆਪਣੀ ਅਪਲੋਡ ਪਈ ਹੈ, ਜਿਹਦੇ ਵਿੱਚ ਆਪਾਂ ਕੁਐਸਚਨ ਆਨਸਰ ਦੀ ਫੋਰਮ ਦੇ ਵਿੱਚ ਆਪਾਂ CDP ਕਵਰ ਕੀਤੀ ਹੈ, ਉਹ ਵੀ ਤੁਸੀਂ ਜ਼ਰੂਰ ਲਗਾਇਓ, ਠੀਕ ਹੈ ਜੀ। ਤਾਂ ਬਾਕੀ ਆਪਾਂ ਜਿਹੜਾ ਵਨ ਲਾਈਨਰ ਹੈ ਇਹਦੇ ਵਿੱਚ ਰਹਿੰਦੇ ਫੈਕਟ ਤੁਹਾਡੇ ਇਹ ਸਾਰੇ ਆਪਾਂ ਇਸ ਕਲਾਸ ਦੇ ਵਿੱਚ ਪੂਰੇ ਕਰ ਦਿੱਤੇ ਨੇ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਇੱਕ ਵੀ ਕੁਐਸਚਨ ਨਹੀਂ ਆ ਸਕਦਾ। ਜੇ ਤੁਹਾਨੂੰ ਟਫ ਤੋਂ ਟਫ ਵੀ ਪੇਪਰ ਆਇਆ, ਮੋਡਰੇਟ ਵੀ ਆਇਆ ਪੇਪਰ, ਤਾਂ ਆਪਣੇ ਸੈਸ਼ਨਾਂ ਦੇ ਵਿੱਚੋਂ ਹੀ ਆਊਗਾ, ਇਸ ਤੋਂ ਬਾਹਰ ਨਹੀਂ ਆ ਸਕਦਾ, ਠੀਕ ਹੈ ਜੀ। ਤਾਂ ਜੇ ਈਜ਼ੀ ਆਇਆ ਤਾਂ ਤੁਸੀਂ ਅਟੈਂਪਟ ਕਰ ਹੀ ਲੈਣਾ, ਠੀਕ ਹੈ ਜੀ। ਤਾਂ ਐਜੂਕੇਸ਼ਨ ਐਜ਼ ਲਾਈਫ, ਇਹਦੀ ਗੱਲ ਕਿਹਨੇ ਕੀਤੀ ਹੈ? ਇਹਦੀ ਗੱਲ ਵੀ ਆਪਣੀ ਜੌਨ ਡੈਵੀ ਨੇ ਕੀਤੀ ਹੈ, ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਗਾਰਡਨਰ। ਗਾਰਡਨਰ ਵੀ ਆਪਣਾ ਬਹੁਤ ਇੰਪੋਰਟੈਂਟ ਵਿਦਵਾਨ ਹੈ। ਕਿੱਥੋਂ ਦਾ ਰਹਿਣ ਵਾਲਾ? USA ਦਾ ਰਹਿਣ ਵਾਲਾ, ਠੀਕ ਹੈ ਜੀ। ਤਾਂ ਮਲਟੀਪਲ ਇੰਟੈਲੀਜੈਂਸ ਥਿਊਰੀ ਜਿਹੜੀ ਆਪਾਂ ਨੂੰ ਦਿੱਤੀ ਹੈ ਉਹ ਕਿਹਨੇ ਦਿੱਤੀ ਹੈ? ਉਹ ਆਪਾਂ ਨੂੰ ਗਾਰਡਨਰ ਨੇ ਦਿੱਤੀ ਹੈ, ਠੀਕ ਹੈ ਜੀ। ਮਲਟੀਪਲ ਇੰਟੈਲੀਜੈਂਸ ਥਿਊਰੀ। ਅਗਲਾ ਜਿਹੜਾ ਆਪਣਾ ਵਿਦਵਾਨ ਹੈ ਉਹ ਹੈ ਐਰਿਕ ਐਰਿਕਸਨ। ਐਰਿਕ ਐਰਿਕਸਨ, ਠੀਕ ਹੈ ਜੀ। ਤਾਂ ਇਹਨੂੰ ਆਪਾਂ ਕਈ ਕਲਾਸਿਸ ਦੇ ਵਿੱਚ ਆਪਾਂ ਇਹਨੂੰ ਐਰਿਨ ਐਰਿਕਸਨ ਵੀ ਆਪਾਂ ਇਹਨੂੰ ਪ੍ਰੋਨਾਊਂਸ ਕਰ ਗਏ, ਬਟ ਇਹਦਾ ਓਰੀਜਨਲ ਇਹ ਜਿਹੜਾ ਸਹੀ ਨੇਮ ਹੈ ਇਹਦਾ, ਇਹ ਤੁਸੀਂ ਸਹੀ ਕਰ ਲਿਓ, ਐਰਿਕ ਐਰਿਕਸਨ ਹੈ, ਠੀਕ ਹੈ ਜੀ। ਐਰਿਕ ਐਰਿਕਸਨ ਬਾਰੇ ਆਪਾਂ ਪੜ੍ਹਨਾ ਹੈ। ਇਹਦੇ ਬਾਰੇ ਤੁਹਾਨੂੰ 2 ਪੁਆਇੰਟ ਪਤਾ ਹੋਣੇ ਚਾਹੀਦੇ ਨੇ। ਇੱਕ ਤਾਂ ਚਾਈਲਡਹੁੱਡ ਐਂਡ ਸੁਸਾਇਟੀ, ਠੀਕ ਹੈ ਜੀ, ਚਾਈਲਡਹੁੱਡ ਐਂਡ ਸੁਸਾਇਟੀ। ਅਤੇ ਇੱਕ ਸਾਈਕੋ ਸੋਸ਼ਲ ਡਿਵੈਲਪਮੈਂਟ, ਠੀਕ ਹੈ ਜੀ। ਸਾਈਕੋ ਸੋਸ਼ਲ, ਇੱਕ ਸਾਈਕੋ ਸੈਕਸ਼ੂਅਲ ਡਿਵੈਲਪਮੈਂਟ ਦੀ ਜਿਹੜੀ ਗੱਲ ਕੀਤੀ ਹੈ ਉਹ ਕੀਤੀ ਹੈ ਸਿਗਮੰਡ ਫਰਾਇਡ ਨੇ, ਠੀਕ ਹੈ ਜੀ। ਤਾਂ ਜੇ ਸਾਈਕੋ ਸੈਕਸ਼ੂਅਲ ਆਉਂਦਾ ਤਾਂ ਉਹ ਕੀਤਾ ਸਿਗਮੰਡ ਫਰਾਇਡ ਨੇ ਦੀ ਗੱਲ ਕੀਤੀ ਹੈ, ਬਟ ਜੇ ਸਾਈਕੋ ਸੋਸ਼ਲ ਆਉਂਦਾ ਤਾਂ ਇਹਦੀ ਗੱਲ ਕੀਤੀ ਹੈ ਐਰਿਕ ਐਰਿਕਸਨ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਵਿਦਵਾਨ ਹੈ ਕੋਹਲਬਰਗ, ਇਹ ਵੀ USA ਦਾ ਰਹਿਣ ਵਾਲਾ। ਇਹਨੇ ਮੋਰਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਪੰਜਾਬੀ ਦੇ ਵਿੱਚ ਆਪਾਂ ਇਹਨੂੰ ਨੈਤਿਕ ਵਿਕਾਸ ਕਹਿੰਦੇ ਹਾਂ, ਠੀਕ ਹੈ ਜੀ। ਤਾਂ ਇਹਦੀ ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਲੈ ਕੇ ਆਇਆ ਉਹ ਕੌਣ ਲੈ ਕੇ ਆਇਆ? ਜੀਨ ਪਿਆਜ਼ੇ ਲੈ ਕੇ ਆਇਆ। ਇਹ ਤੁਸੀਂ ਦੋਨਾਂ ਦਾ ਯਾਦ ਰੱਖਣਾ, ਇਹਦੇ 'ਚ ਤੁਸੀਂ ਉਲਝਣਾ ਨਹੀਂ, ਠੀਕ ਹੈ ਜੀ। ਤਾਂ ਮੋਰਲ ਡਿਵੈਲਪਮੈਂਟ ਦੀ ਗੱਲ ਕਿਹਨੇ ਕੀਤੀ ਹੈ? ਕੋਹਲਬਰਗ ਨੇ। ਬਟ ਜੇ ਮੋਰਲ ਡਿਵੈਲਪਮੈਂਟ ਥਿਊਰੀ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਜੀਨ ਪਿਆਜ਼ੇ ਉਹਦਾ ਆਨਸਰ ਆਊਗਾ, ਠੀਕ ਹੈ ਜੀ। ਤਾਂ ਇਹ ਹੁੰਦਾ ਨੈਤਿਕ ਵਿਕਾਸ। ਇੰਗਲਿਸ਼ ਦੇ ਵਿੱਚ ਤੁਹਾਨੂੰ ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਕਿ ਇੰਗਲਿਸ਼ ਦੇ ਵਿੱਚ ਮੈਂ ਇਹ ਸੈਸ਼ਨ ਤਾਂ ਲੈ ਕੇ ਆਇਆ ਤਾਂ ਕਿ ਤੁਹਾਡੇ ਵਧੀਆ ਤਰੀਕੇ ਨਾਲ, ਸੌਖੇ ਤਰੀਕੇ ਨਾਲ ਤੁਹਾਡੇ ਯਾਦ ਹੋ ਜੂ, ਕਿਉਂਕਿ ਉੱਥੇ ਆਪਾਂ ਨੂੰ 2 ਟਾਈਪ ਦੇ ਮਿਲਣਗੇ ਆਪਸ਼ਨ। ਇੰਗਲਿਸ਼ ਦੇ ਵਿੱਚ ਵੀ ਉਹ ਲਿਖੇ ਹੋਣਗੇ ਅਤੇ ਪੰਜਾਬੀ, 2 ਲੈਂਗੁਏਜ ਤੁਹਾਡੀਆਂ ਹੋਣਗੀਆਂ, ਤੁਹਾਨੂੰ ਪਤਾ ਹੀ ਹੈ, ਠੀਕ ਹੈ ਜੀ, ਇਹਦੇ ਬਾਰੇ। ਤਾਂ ਇੰਗਲਿਸ਼ ਦੇ ਵਿੱਚ ਤੁਹਾਡਾ ਯਾਦ ਕਰਨਾ ਸੌਖਾ ਹੋ ਜਾਂਦਾ, ਤੁਹਾਡੇ ਯਾਦ ਵੀ ਪੇਪਰ ਦੇ ਵਿੱਚ ਆ ਜਾਊਗਾ, ਠੀਕ ਹੈ ਜੀ। ਤਾਂ ਕਰਕੇ ਜਿਹੜੀ ਸਾਈਕੋਲੋਜੀ ਹੈ ਪੰਜਾਬੀ ਦੇ ਵਿੱਚ, ਇਹਦੀ ਜਿਹੜੀ ਪੰਜਾਬੀ ਵਰਡਿੰਗ ਹੈ ਇਹਦੀ ਥੋੜ੍ਹੀ ਜਿਹੀ ਟਫ ਹੁੰਦੀ ਹੈ, ਕਨਫਿਊਜ਼ਿੰਗ ਹੁੰਦੀ ਹੈ, ਤਾਂ ਕਰਕੇ। ਤਾਂ ਕੋਹਲਬਰਗ ਬਾਰੇ ਆਪਾਂ ਪੜ੍ਹ ਲਿਆ, ਮੋਰਲ ਡਿਵੈਲਪਮੈਂਟ ਦੀ ਜਿਹੜੀ ਥਿਊਰੀ ਆਪਾਂ ਨੂੰ ਉਹਨੇ ਦਿੱਤੀ ਹੈ, ਠੀਕ ਹੈ ਜੀ। ਤਾਂ ਗਿਫਟਡ ਚਾਈਲਡ ਦੀ ਗੱਲ ਕਿਹਨੇ ਕੀਤੀ ਹੈ? ਟਰਮਨ ਨੇ ਕੀਤੀ ਹੈ। ਗਿਫਟਡ ਚਾਈਲਡ ਬਾਰੇ ਆਪਾਂ ਨੂੰ ਕਿਹਨੇ ਦੱਸਿਆ? ਟਰਮਨ ਨੇ ਦੱਸਿਆ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸਕੈਫੋਲਡਿੰਗ। ਸਕੈਫੋਲਡਿੰਗ ਜਿਹੜਾ ਸ਼ਬਦ ਹੈ ਉਹ ਯੂਜ਼ ਜਿਹੜਾ ਕੀਤਾ ਸਭ ਤੋਂ ਪਹਿਲਾਂ ਉਹ ਕੀਤਾ ਬਰੂਨਰ ਨੇ, ਠੀਕ ਹੈ ਜੀ। ਜੇਕਰ ਇਸ ਤੋਂ ਇਲਾਵਾ ਪੁੱਛਿਆ ਜਾਵੇ ਕਿ ਸਕੈਫੋਲਡਿੰਗ ਆਪਾਂ ਨੂੰ ਪਤਾ ਕਿ ਬਰੂਨਰ ਨੇ ਯੂਜ਼ ਕੀਤਾ, ਬਟ ਇਸ ਤੋਂ ਇਲਾਵਾ ਵੀ ਯੂਜ਼ ਕੀਤਾ ਵਾਈਗੋਸਕੀ ਨੇ ਯੂਜ਼ ਕੀਤਾ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਵਾਈਗੋਸਕੀ ਨੇ ਇਹਦਾ ਯੂਜ਼ ਕੀਤਾ। ਇਹ ਹੁੰਦੀ ਹੈ ਟੈਂਪਰੇਰੀ ਹੈਲਪ, ਜਿਹੜੀ ਆਪਾਂ ਬੱਚੇ ਨੂੰ ਦਿੰਦੇ ਹਾਂ ਟੈਂਪਰੇਰੀ ਹੈਲਪ। ਜਿੰਨਾ ਟਾਈਮ ਉਹ ਕੰਮ ਕਰਨਾ ਸਿੱਖ ਨਹੀਂ ਜਾਂਦਾ, ਮੰਨ ਲਓ ਉਹਨੇ ਸਾਈਕਲ ਚਲਾਉਣਾ ਹੈ, ਠੀਕ ਹੈ ਜੀ, ਜਿੰਨਾ ਟਾਈਮ ਉਹ ਸਾਈਕਲ ਚਲਾਉਣਾ ਸਿੱਖ ਨਹੀਂ ਜਾਂਦਾ ਤਾਂ ਉਨਾ ਟਾਈਮ ਜਿਹੜਾ ਉਹਨੂੰ ਇੱਕ ਅਡਲਟ ਬੰਦਾ ਜਿਹਨੂੰ ਪਹਿਲਾਂ ਆਉਂਦਾ ਸਾਈਕਲ ਚਲਾਉਣਾ, ਉਹ ਜਿੰਨਾ ਟਾਈਮ ਉਹਨੂੰ ਹੈਲਪ ਦੇਊਗਾ ਉਹਨੂੰ ਆਪਾਂ ਸਕੈਫੋਲਡਿੰਗ ਕਹਾਂਗੇ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਫਾਦਰ ਆਫ ਪਰਸਨੈਲਿਟੀ। ਪਰਸਨੈਲਿਟੀ ਬਾਰੇ ਕਿਹਨੇ ਦੱਸਿਆ ਆਪਾਂ ਨੂੰ? ਇਹ ਦੱਸਿਆ ਆਪਾਂ ਨੂੰ ਆਲਪੋਰਟ ਨੇ, ਠੀਕ ਹੈ ਜੀ। ਆਲਪੋਰਟ ਨੇ ਦੱਸਿਆ। ਤਾਂ ਜਿੰਨੇ ਵੀ ਤੁਹਾਡੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿੰਨੇ ਫੈਕਟ ਤੁਹਾਡੇ ਰਹਿ ਗਏ ਉਹ ਆਪਾਂ ਇਸ ਸੈਸ਼ਨ ਦੇ ਵਿੱਚ ਪੂਰੇ ਕਰ ਲਾਂਗੇ। ਇਸ ਤੋਂ ਬਾਹਰ ਤੁਹਾਨੂੰ ਨਹੀਂ ਆ ਸਕਦਾ, ਠੀਕ ਹੈ ਜੀ। ਇਸ ਤੋਂ, ਕਿਉਂਕਿ ਇਹ ਜ਼ਿਆਦਾ ਤੋਂ ਜ਼ਿਆਦਾ ਹਾਈ ਲੈਵਲ ਹੈ, ਇਸ ਤੋਂ ਜ਼ਿਆਦਾ ਹਾਈ ਲੈਵਲ ਸਾਈਕੋਲੋਜੀ ਤੁਹਾਨੂੰ ਨਹੀਂ ਆ ਸਕਦੀ, ਠੀਕ ਹੈ ਜੀ। ਤਾਂ ਫਾਦਰ ਆਫ ਪਰਸਨੈਲਿਟੀ ਕਿਹਨੂੰ ਕਿਹਾ ਜਾਂਦਾ ਹੈ? ਆਲਪੋਰਟ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਫਾਦਰ ਆਫ ਲਰਨਿੰਗ ਕਿਹਨੂੰ ਕਿਹਾ ਜਾਂਦਾ? ਪਾਵਲੋਵ ਨੂੰ ਕਿਹਾ ਜਾਂਦਾ। ਪਾਵਲੋਵ ਨੇ ਜਿਹੜਾ ਆਪਣਾ ਮਤਲਬ ਐਕਸਪੈਰੀਮੈਂਟ ਕੀਤਾ ਸੀ ਉਹ ਕਿਤੇ ਕੀਤਾ ਸੀ? ਉਹ ਆਪਾਂ ਉਹ ਕੀਤਾ ਸੀ ਇਹਨੇ ਡੌਗ 'ਤੇ, ਠੀਕ ਹੈ ਜੀ। ਇਹਨੇ ਡੌਗ 'ਤੇ ਐਕਸਪੈਰੀਮੈਂਟ ਕੀਤਾ ਸੀ। ਇਹ ਐਕਸਪੈਰੀਮੈਂਟ ਕਿਉਂ ਕਰਦੇ ਸੀ? ਇਹ
ਤਾਂ ਕਰਦੇ ਸੀ ਕਿ ਜਿਹੜੇ ਜਾਨਵਰ ਨੇ ਉਹ ਵੀ ਸਿੱਖ ਸਕਦੇ ਨੇ, ਇਹ ਨਹੀਂ ਕਿ ਇਕੱਲੇ ਬੰਦੇ ਸਿੱਖ ਸਕਦੇ ਨੇ, ਜਾਨਵਰ ਵੀ ਲਰਨਿੰਗ ਕਰਦੇ ਨੇ। ਤਾਂ ਪਾਵਲੋਵ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀ ਉਹ ਡੌਗਸ 'ਤੇ ਕੀਤਾ ਸੀ, ਪੁੱਛਿਆ ਜਾਂਦਾ ਵਾਰ-ਵਾਰ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਫਾਦਰ ਆਫ ਹੈਰੀਡਿਟੀ, ਹੈਰੀਡਿਟੀ ਕੀ ਹੁੰਦੀ ਹੈ? ਅਨੁਵਾਂਸ਼ਿਕਤਾ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ, ਜਿਹੜੇ ਗੁਣ ਆਪਾਂ ਨੂੰ ਆਪਣੇ ਮਾਂ-ਬਾਪ ਤੋਂ ਮਿਲਦੇ ਨੇ ਹੈਰੀਡਿਟੀ ਦੇ ਵਿੱਚ, ਠੀਕ ਹੈ ਜੀ। ਤਾਂ ਜੀਨਸ ਦੇ ਵਿੱਚ ਜਿਹੜੇ ਆਪਣੇ ਹੁੰਦੇ ਨੇ, ਆਪਣੀ ਦਿੱਖ, ਆਪਣੇ ਹਾਵ ਭਾਵ ਜਿਹੜੇ ਆਪਾਂ ਆਪਣੇ ਮਾਂ ਪਿਓ ਤੋਂ ਆਪਣੇ ਵਿੱਚ ਆਉਂਦੇ ਨੇ, ਠੀਕ ਹੈ ਜੀ, ਉਹਨੂੰ ਹੈਰੀਡਿਟੀ ਕਿਹਾ ਜਾਂਦਾ। ਤਾਂ ਇਹਦੀ ਜਿਹੜੀ ਗੱਲ ਕੀਤੀ ਹੈ ਉਹ ਕੀਤੀ ਹੈ ਗ੍ਰੈਗਰ ਮੈਂਡਲ ਨੇ। ਗ੍ਰੈਗਰ ਮੈਂਡਲ ਨੇ ਇਹਦੀ ਗੱਲ ਕੀਤੀ ਹੈ, ਇਹਨੂੰ ਫਾਦਰ ਆਫ ਹੈਰੀਡਿਟੀ ਕਿਹਾ ਜਾਂਦਾ, ਗ੍ਰੈਗਰ ਮੈਂਡਲ ਨੂੰ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਵਾਰ-ਵਾਰ ਪੁੱਛਿਆ ਜਾਂਦਾ। ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਕਿਹਨੇ ਕੀਤੀ ਹੈ? ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਇਮੋਸ਼ਨਲ ਇੰਟੈਲੀਜੈਂਸ, ਇਮੋਸ਼ਨਸ ਆਪਣੇ ਜਿਹੜੇ ਆਪਾਂ ਮਤਲਬ ਖੁਸ਼ੀ, ਗਮੀ, ਰੋਣਾ, ਹੱਸਣਾ, ਇਹ ਆਪਣੇ ਇਮੋਸ਼ਨਸ ਹੁੰਦੇ ਨੇ। ਤਾਂ ਇਹਦੀ ਗੱਲ ਕਿਹਨੇ ਕੀਤੀ ਹੈ? ਇਮੋਸ਼ਨਲ ਇੰਟੈਲੀਜੈਂਸ ਹੋਣੀ ਚਾਹੀਦੀ ਹੈ ਤੁਹਾਨੂੰ। ਇਮੋਸ਼ਨਲ ਵੀ ਤੁਹਾਨੂੰ ਇੰਟੈਲੀਜੈਂਸ ਹੋਣੀ ਚਾਹੀਦੀ ਹੈ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕਦੋਂ ਕਿਹੜਾ ਮਤਲਬ ਜਿਹੜਾ ਐਕਸਪ੍ਰੈਸ਼ਨ ਹੈ ਉਹ ਲੈ ਕੇ ਆਉਣਾ, ਠੀਕ ਹੈ ਜੀ। ਤਾਂ ਜੌਨ ਮੇਅਰ ਨੇ ਇਹਦੀ ਗੱਲ ਕੀਤੀ ਹੈ, ਠੀਕ ਹੈ ਜੀ। ਤਾਂ ਇਮੋਸ਼ਨਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ ਜੌਨ ਮੇਅਰ ਨੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਡਿਸੇਬਲਡ ਐਕਟ, ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਐਕਟ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਇਹ ਇੱਕ ਐਕਟ ਆਇਆ ਸੀਗਾ 1999 ਦੇ ਵਿੱਚ। ਡਿਸੇਬਲਡ ਕਿਹੜੇ ਹੁੰਦੇ ਨੇ? ਮਤਲਬ ਜਿਹੜੇ ਆਪਣੇ ਅਪੰਗ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ ਕੋਈ ਡਿਸੇਬਿਲਿਟੀ ਹੁੰਦੀ ਹੈ, ਠੀਕ ਹੈ ਜੀ, ਜਿਨ੍ਹਾਂ ਨੂੰ ਕੋਈ ਮਤਲਬ ਅੱਖਾਂ ਤੋਂ ਨਹੀਂ ਦਿਖਦਾ ਹੁੰਦਾ ਜਾਂ ਸੁਣਦਾ ਨਹੀਂ ਹੁੰਦਾ ਪ੍ਰੋਪਰਲੀ, ਠੀਕ ਹੈ ਜੀ, ਉਹ ਆਪਣੇ ਡਿਸੇਬਲਡ ਚਾਈਲਡ ਹੁੰਦੇ ਨੇ। ਤਾਂ ਇਹਨਾਂ ਦੇ ਲਈ ਇੱਕ ਐਕਟ ਬਣਿਆ ਸੀ, ਨੈਸ਼ਨਲ ਟਰੱਸਟ ਐਕਟ। ਕਦੋਂ ਬਣਿਆ ਸੀ? 1999 ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਹੈ, ਇਹਦੇ ਅੱਗੇ ਇੰਪੋਰਟੈਂਟ ਲਿਖ ਲਓ, ਕਿਉਂਕਿ ਇਹ ਐਕਟ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਅਮੈਂਸੀਆ। ਅਮੈਂਸੀਆ ਇੱਕ ਮਤਲਬ ਇਹ ਵੀ ਡਿਸੇਬਿਲਿਟੀ ਹੈ, ਇੱਕ ਡਿਸੇਬਿਲਿਟੀ ਨਹੀਂ, ਮਤਲਬ ਇੱਕ ਬਿਮਾਰੀ ਆਪਾਂ ਕਹਿ ਸਕਦੇ ਹਾਂ ਅਮੈਂਸੀਆ। ਤਾਂ ਜਦੋਂ ਆਪਣੀ ਯਾਦਾਸ਼ਤ ਖਤਮ ਹੋ ਜੇ, ਆਪਣਾ ਮੈਮਰੀ ਲੋਸ ਹੋ ਜੇ, ਉਹਨੂੰ ਅਮੈਂਸੀਆ ਕਿਹਾ ਜਾਂਦਾ। ਇਹ ਤੁਸੀਂ ਯਾਦ ਰੱਖਣਾ, ਕਈ ਵਾਰੀ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ ਪਾਵਲੋਵ SR, ਸਟਿਮੂਲਸ ਰਿਸਪੌਂਸ। ਸਟਿਮੂਲਸ ਰਿਸਪੌਂਸ, SR ਦੀ ਗੱਲ ਕਿਹਨੇ ਕੀਤੀ ਹੈ? ਇਹ ਪੁੱਛਿਆ ਜਾਊ ਤੁਹਾਨੂੰ, ਕੁਐਸਚਨ ਆਊਗਾ SR ਦੀ ਗੱਲ ਕਿਹਨੇ ਕੀਤੀ ਹੈ? ਸਟਿਮੂਲਸ ਰਿਸਪੌਂਸ ਦੀ ਗੱਲ ਕਿਹਨੇ ਕੀਤੀ ਹੈ? ਪਾਵਲੋਵ ਨੇ ਕੀਤੀ ਹੈ। ਕਲਾਸੀਕਲ ਕੰਡੀਸ਼ਨ ਦੀ ਗੱਲ ਕਿਹਨੇ ਕੀਤੀ ਹੈ? ਕੰਡੀਸ਼ਨਿੰਗ, ਕਲਾਸੀਕਲ ਕੰਡੀਸ਼ਨਿੰਗ ਦੀ ਗੱਲ ਕਿਹਨੇ ਕੀਤੀ ਹੈ? ਪਾਵਲੋਵ ਨੇ ਕੀਤੀ ਹੈ। ਇਵੇਂ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਤਾਂ ਜਿੰਨੇ ਵੀ ਇਹ ਪੁਆਇੰਟ ਨੇ ਇਹ ਇੱਕ ਇੱਕ ਕਰਕੇ ਨੋਟ ਕਰ ਲਿਓ, ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਪੁੱਛੇ ਜਾਣਗੇ, ਠੀਕ ਹੈ ਜੀ। ਤਾਂ ਮੈਂ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ। ਤਾਂ ਪਾਵਲੋਵ ਨੇ ਗੱਲ ਕੀਤੀ ਹੈ SR ਦੀ, ਤੁਹਾਨੂੰ ਸ਼ਾਰਟ ਫਾਰਮ ਦੇ ਵਿੱਚ ਵੀ ਆ ਸਕਦਾ, ਸਟਿਮੂਲਸ ਰਿਸਪੌਂਸ ਅਤੇ ਕਲਾਸੀਕਲ ਕੰਡੀਸ਼ਨਿੰਗ ਦੀ ਗੱਲ, ਇਹ ਵੀ ਪਾਵਲੋਵ ਨੇ ਕੀਤੀ ਹੈ। ਤਾਂ ਚਾਈਲਡ ਇਜ਼ ਏ ਫਾਦਰ ਆਫ ਏ ਮੈਨ, ਕਹਿੰਦਾ ਜਿਹੜਾ ਬੱਚਾ ਹੁੰਦਾ ਤਾਂ ਉਹ ਬੰਦੇ ਦਾ ਮਤਲਬ ਬਾਪ ਹੁੰਦਾ, ਠੀਕ ਹੈ ਜੀ। ਇਹ ਗੱਲ ਕਿਹਨੇ ਕਹੀ ਹੈ? ਇਹ ਗੱਲ ਕਹੀ ਹੈ ਸਿਗਮੰਡ ਫਰਾਇਡ ਨੇ, ਕਿਉਂਕਿ ਜਿਹੜਾ ਕਹਿੰਦੇ ਬੱਚਾ ਹੁੰਦਾ ਉਹ ਬੰਦੇ ਦਾ ਬਾਪ ਹੁੰਦਾ। ਇਹਦਾ ਕੀ ਮਤਲਬ ਹੈ? ਕਿਉਂਕਿ ਬੱਚੇ ਦੇ ਵਿੱਚ ਜਿਹੜੇ ਇਮੋਸ਼ਨਸ ਹੁੰਦੇ ਨੇ ਉਹ ਪਿਓਰ ਹੁੰਦੇ ਨੇ, ਠੀਕ ਹੈ ਜੀ। ਤਾਂ ਕਰਕੇ ਸਿਗਮੰਡ ਫਰਾਇਡ ਨੇ ਇਹਦੀ ਗੱਲ ਕੀਤੀ ਹੈ। ਸਿਗਮੰਡ ਫਰਾਇਡ ਬਹੁਤ ਫੇਮਸ ਵਿਦਵਾਨ ਹੈ, ਠੀਕ ਹੈ ਜੀ। ਤਾਂ ਚਾਈਲਡ ਇਜ਼ ਏ ਫਾਦਰ ਆਫ ਏ ਮੈਨ, ਤਾਂ ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਇਹੋ ਜਿਹੇ ਜਿਹੜੀਆਂ ਟਰਮਸ ਅਤੇ ਫਿਲੋਸਫੀਜ਼ ਨੇ, ਥਿਊਰੀਜ਼ ਨੇ, ਇਹ ਡਾਇਰੈਕਟ ਪੁੱਛੀਆਂ ਜਾਂਦੀਆਂ ਨੇ, ਠੀਕ ਹੈ ਜੀ। ਇਹ ਜਿਹੜੀਆਂ ਲਾਈਨਸ ਨੇ, ਜਿਵੇਂ ਚਾਈਲਡ ਇਜ਼ ਏ ਫਾਦਰ ਆਫ ਏ ਮੈਨ, ਤਾਂ ਇਹੋ ਜਿਹੀਆਂ ਲਾਈਨਸ ਡਾਇਰੈਕਟ ਹੀ ਆਉਂਦੀਆਂ ਹੁੰਦੀਆਂ ਕਿ ਦੱਸੋ ਇਹ ਲਾਈਨ ਕਿਹਨੇ ਕਹੀ ਹੈ, ਇਹ ਸਟੇਟਮੈਂਟ ਕਿਹਦੀ ਹੈ? ਤਾਂ ਇਹ ਕਹੀ ਹੈ ਸਿਗਮੰਡ ਫਰਾਇਡ ਨੇ। ਈਗੋ ਦੀ ਅਤੇ ਇੱਦ ਦੀ ਗੱਲ ਕਿਹਨੇ ਕੀਤੀ ਹੈ? ਇਹ ਵੀ ਸਿਗਮੰਡ ਫਰਾਇਡ ਨੇ ਕੀਤੀ ਹੈ, ਠੀਕ ਹੈ ਜੀ। ਤਾਂ BF ਸਕਿਨਰ ਬਾਰੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਇਹ USA ਦਾ ਰਹਿਣ ਵਾਲਾ ਹੈ। BF ਸਕਿਨਰ USA ਦਾ ਰਹਿਣ ਵਾਲਾ ਹੈ। ਓਪਰੈਂਟ ਕੰਡੀਸ਼ਨਿੰਗ ਦੀ ਗੱਲ ਇਹਨੇ ਕੀਤੀ ਹੈ। ਓਪਰੈਂਟ ਕੰਡੀਸ਼ਨਿੰਗ ਦੀ ਗੱਲ ਜਿਹੜੀ ਕੀਤੀ ਹੈ ਉਹ ਕਿਹਨੇ ਕੀਤੀ ਹੈ? ਸਕਿਨਰ ਨੇ ਕੀਤੀ ਹੈ, ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਪੁਆਇੰਟ ਹੈ, ਲਾਸਟ ਪੁਆਇੰਟ ਹੈ ਆਪਣੇ ਸੈਸ਼ਨ ਦਾ, ਚਾਰਲਸ ਸਪੀਅਰਮੈਨ। ਇਹਨੂੰ ਸਪੀਅਰਮੈਨ ਵੀ ਓਨਲੀ ਆਪਾਂ ਕਹਿੰਦੇ ਹਾਂ। ਤਾਂ 2 ਫੈਕਟਰ ਥਿਊਰੀ ਜਿਹੜਾ ਲੈ ਕੇ ਆਇਆ ਸੀ ਉਹ ਕੌਣ ਲੈ ਕੇ ਆਇਆ ਸੀ? ਸਪੀਅਰਮੈਨ ਲੈ ਕੇ ਆਇਆ ਸੀ, ਠੀਕ ਹੈ ਜੀ। ਤਾਂ ਇਹ ਆਪਣੇ ਜਿਹੜੇ ਅੱਜ ਦੇ ਸਾਰੇ ਆਪਣੇ ਫੈਕਟ ਨੇ ਉਹ ਕਵਰ ਹੋ ਗਏ ਨੇ, ਠੀਕ ਹੈ ਜੀ। ਤਾਂ ਇੱਕ ਇੱਕ ਕਰਕੇ ਇਹਨਾਂ ਨੂੰ ਨੋਟ ਕਰ ਲਿਓ, ਅਤੇ ਜਿੰਨੀਆਂ ਕਲਾਸਿਸ ਆਪਣੀਆਂ ਅਪਲੋਡ ਹੋ ਗਈਆਂ ਉਹ ਸਾਰੀਆਂ ਤੁਸੀਂ ਅਟੈਂਡ ਕਰ ਲਿਓ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਤਾਂ ਜੇਕਰ ਅੱਜ ਦੀ ਕਲਾਸ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਕਰ ਦਿਓ, ਅੱਗੇ ਸ਼ੇਅਰ ਕਰ ਦਿਓ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ, ਠੀਕ ਹੈ ਜੀ। ਤਾਂ ਇਹਨੂੰ 1-2 ਵਾਰ ਰਿਵਾਈਜ਼ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਸਕੇ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।